आओ जी सिख इतिहास बारे ਆਪਾਂ थोड़ा ਜਿਹਾ पढ़ ਲਈਏ। प्रश्न है जी, ਕਿਹੜਾ ਮੁਗਲ सम्राट गुरु अमरदास जी ਦੇ दर्शन ਕਰਨ ਲਈ ਗੋਇੰਦਵਾਲ ਆਇਆ ਅਤੇ ਵਿਧੀ ਅਨੁਸਾਰ ਉਸ ਨੂੰ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਕੀ ਕਰਨਾ ਪਿਆ। ਇਹਦੇ ਵਿੱਚ ਅਸੀਂ ਜਿਹੜਾ ਅਕਬਰ ਬਾਦਸ਼ਾਹ ਮੁਗਲ ਸਮਰਾਟ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਆਉਂਦਾ ਹੈ। ਕੌਣ ਜੀ? ਅਕਬਰ ਗੋਇੰਦਵਾਲ ਸਾਹਿਬ ਵਿਖੇ ਆਉਂਦਾ ਹੈ ਗੁਰੂ ਅਮਰਦਾਸ ਜੀ ਨੂੰ ਮਿਲਣ ਵਾਸਤੇ। ਸਭ ਤੋਂ ਪਹਿਲਾਂ ਉਸ ਨੂੰ ਲੰਗਰ ਦੇ ਵਿੱਚ ਪੰਗਤ ਵਿੱਚ ਬੈਠ ਕੇ ਭੋਜਨ ਛਕਣਾ ਪੈਂਦਾ ਹੈ। ਅੱਗੇ ਗੁਰੂ ਅਮਰਦਾਸ ਜੀ ਨੇ ਕਿੰਨੇ ਜਿਹੜੇ ਸ਼ਬਦ ਨੇ ਉਹਨਾਂ ਦੀ ਰਚਨਾ ਕੀਤੀ। 907 ਸ਼ਬਦਾਂ ਦੀ ਰਚਨਾ ਉਹਨਾਂ ਨੇ ਕੀਤੀ। ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਅਤੇ ਗੁਰਗੱਦੀ ਜੱਦੀ ਕਿਵੇਂ ਹੋ ਗਈ। ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਭਾਈ ਜੇਠਾ ਜੀ ਅਤੇ ਆਪਣੀ ਪੁੱਤਰੀ ਬੀਬੀ ਭਾਨੀ ਜੀ, ਜਿਹੜੀ ਕਿ ਭਾਈ ਜੇਠਾ ਜੀ ਦੀ ਪਤਨੀ ਸੀ, ਇਹਨਾਂ ਦੋਹਾਂ ਦੀ ਸ਼ਰਧਾ ਤੋਂ ਅਤੇ ਸੇਵਾ ਤੋਂ ਗੁਰੂ ਜੀ ਇੰਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਅਤੇ ਇਹ ਵਰਦਾਨ ਵੀ ਦੇ ਦਿੱਤਾ ਕਿ ਇਸ ਪਿੱਛੋਂ ਜਿਹੜੀ ਗੁਰਗੱਦੀ ਹੈ ਉਹ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰਾਣੇ ਵਿੱਚ ਜੱਦੀ ਰਹੇਗੀ। ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰਾਣੇ ਵਿੱਚ ਜੱਦੀ ਰਹੇਗੀ। ਇਹ ਵਾਰ ਕਿਸ ਨੇ ਦਿੱਤਾ ਜੀ? ਗੁਰੂ ਅਮਰਦਾਸ ਜੀ ਨੇ। ਅੱਗੇ ਜੀ, ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 1534 ਈਸਵੀ ਨੂੰ ਲਾਹੌਰ ਜ਼ਿਲ੍ਹਾ ਹੈ ਚੂਨਾ ਮੰਡੀ ਵਿਖੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦਾ ਮੁੱਢਲਾ ਨਾਮ ਕੀ ਸੀ? ਭਾਈ ਜੇਠਾ ਜੀ। ਗੁਰੂ ਰਾਮਦਾਸ ਜੀ ਦੇ ਮਾਤਾ ਅਤੇ ਪਿਤਾ ਜੀ ਦਾ ਨਾਮ ਹਰਦਾਸ ਜੀ ਸੀ, ਜੋ ਸੋਢੀ ਜਾਤੀ ਦੇ ਖੱਤਰੀ ਸਨ, ਅਤੇ ਉਹਨਾਂ ਦੀ ਜਿਹੜੀ ਮਾਤਾ ਦਾ ਨਾਮ ਹੈ ਉਹ ਦਇਆ ਕੌਰ ਹੈ। ਕਈ ਅਨੂਪ ਕੌਰ ਵੀ ਦੱਸਦੇ ਹਨ। ਅੱਗੇ ਭਾਈ ਜੇਠਾ ਜੀ, ਇਹਨਾਂ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ? ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਦਾ ਵਿਆਹ 1553 ਈਸਵੀ ਨੂੰ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ। ਅੱਗੇ ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ, ਇਹਨਾਂ ਦੇ ਜਿਹੜੇ ਸਪੁੱਤਰ ਨੇ ਉਹਨਾਂ ਦੇ ਨਾਮ ਆਪਾਂ ਨੇ ਦੱਸਣੇ ਨੇ। ਭਾਈ ਜੇਠਾ ਜੀ ਦੇ 3 ਸਪੁੱਤਰ ਹੋਏ ਹਨ। ਪ੍ਰਿਥੀ ਚੰਦ, ਜਿਸ ਦਾ ਜਨਮ 1557 ਈਸਵੀ ਵਿੱਚ ਹੋਇਆ। ਨੰਬਰ 2 'ਤੇ ਮਹਾਦੇਵ, ਜਿਸ ਦਾ ਜਨਮ 1560 ਈਸਵੀ ਵਿੱਚ ਹੋਇਆ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਦਾ ਜਨਮ 1563 ਈਸਵੀ ਦੇ ਵਿੱਚ ਹੋਇਆ। ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰੂ ਕਾਲ ਹੈ ਉਹ 1574 ਤੋਂ ਲੈ ਕੇ 1581 ਤੱਕ ਹੈ ਜੀ। ਗੁਰੂ ਰਾਮਦਾਸ ਜੀ ਦਾ ਗੁਰੂ ਕਾਲ 1574 ਤੋਂ ਲੈ ਕੇ 1581 ਤੱਕ ਹੈ। ਉਹਨਾਂ ਦੇ ਸਮੇਂ ਤੋਂ ਜਿਹੜੀ ਗੁਰਗੱਦੀ ਹੈ ਉਹ ਜੱਦੀ ਹੋ ਗਈ ਸੀ। ਇਹ ਨਵੀਂ ਪਰੰਪਰਾ ਜਿਹੜੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸ਼ੁਰੂ ਹੋ ਗਈ। ਅੱਗੇ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਜੀ, ਇਸ ਦੀ ਨੀਂਹ ਕਿਸ ਗੁਰੂ ਸਾਹਿਬਾਨ ਨੇ ਰੱਖੀ? ਚੌਥੇ ਗੁਰੂ ਰਾਮਦਾਸ ਜੀ ਨੇ ਰੱਖੀ ਸੀ। ਉੱਥੇ ਉਹਨਾਂ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਨਾਮੀ 2 ਸਰੋਵਰਾਂ ਦੀ ਖੁਦਵਾਈ ਵੀ ਆਰੰਭ ਕਰਵਾਈ। ਅੰਮ੍ਰਿਤਸਰ ਦਾ ਪਹਿਲਾ ਨਾਮ ਕੀ ਸੀ? ਪਹਿਲਾ ਨਾਮ ਸੀ ਜੀ ਚੱਕ ਗੁਰੂ ਜਾਂ ਰਾਮਦਾਸਪੁਰਾ। ਧਿਆਨ ਦੇਣਾ ਜੀ, ਚੱਕ ਗੁਰੂ ਜਾਂ ਰਾਮਦਾਸਪੁਰਾ। ਇੱਥੇ
ਸਭ ਤੋਂ ਪਹਿਲਾਂ ਗੁਰੂ ਬਾਜ਼ਾਰ ਹੋਂਦ ਵਿੱਚ ਆਇਆ। ਗੁਰੂ ਬਾਜ਼ਾਰ ਹੋਂਦ ਵਿੱਚ ਆਇਆ ਸੀ ਪਹਿਲਾਂ। ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਸਥਾਪਨਾ ਹੈ, ਇਹਦੀ ਮਹੱਤਤਾ ਕੀ ਹੈ? ਇੱਕ ਤਾਂ ਜੀ ਸਿੱਖਾਂ ਨੂੰ ਬਹੁਤ ਵਧੀਆ ਵੱਡਾ ਤੀਰਥ ਸਥਾਨ ਮਿਲ ਗਿਆ, ਕਹਿ ਸਕਦੇ ਹਾਂ ਸਿੱਖਾਂ ਦਾ ਇੱਕ ਮੱਕਾ ਇਹ ਬਣ ਗਿਆ। ਨੰਬਰ 2 'ਤੇ ਜਿਹੜਾ ਵਪਾਰਕ ਕੇਂਦਰ ਹੈ, ਉਹ ਮੁੱਖ ਵਪਾਰਕ ਕੇਂਦਰ ਵੀ ਅੰਮ੍ਰਿਤਸਰ ਹੀ ਬਣ ਗਿਆ। ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆ ਕੇ ਇੱਥੇ ਵੱਸ ਗਏ। ਅੱਗੇ ਮਸੰਦ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਆਰੰਭ ਕੀਤੀ ਸੀ? ਗੁਰੂ ਰਾਮਦਾਸ ਜੀ ਨੇ। ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਆਰੰਭ ਕੀਤੀ ਸੀ। ਇਹਦਾ ਮਨੋਰਥ ਸੀ ਧਨ ਇਕੱਠਾ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ। ਅੱਗੇ ਗੁਰੂ ਰਾਮਦਾਸ ਜੀ ਦੇ ਸਮੇਂ ਉਦਾਸੀਆਂ ਨਾਲ ਸਮਝੌਤਾ ਸਿੱਖ ਪੰਥ ਲਈ ਕਿਵੇਂ ਲਾਭਦਾਇਕ ਸਿੱਧ ਹੋਇਆ? ਗੁਰੂ ਰਾਮਦਾਸ ਜੀ ਦਾ ਉਦਾਸੀਆਂ ਦੇ ਨੇਤਾ ਸ਼੍ਰੀ ਚੰਦ ਜੀ ਨਾਲ ਸਮਝੌਤਾ ਸਿੱਖ ਪੰਥ ਲਈ ਬੜਾ ਲਾਭਦਾਇਕ ਸਿੱਧ ਹੋਇਆ। ਇੱਕ ਤਾਂ ਉਦਾਸੀਆਂ ਦਾ ਵਿਰੋਧ ਸਮਾਪਤ ਹੋ ਗਿਆ, ਦੂਸਰਾ ਉਦਾਸੀਆਂ ਨੇ ਬਾਅਦ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਿੱਚ ਵੀ ਯੋਗਦਾਨ ਪਾਇਆ। ਅੱਗੇ ਗੁਰੂ ਰਾਮਦਾਸ ਜੀ ਦੀ ਮੁਗਲ ਸਮਰਾਟ ਅਕਬਰ ਨਾਲ ਮੁਲਾਕਾਤ ਦਾ ਮਹੱਤਵ ਦੱਸੋ ਜੀ। ਗੁਰੂ ਰਾਮਦਾਸ ਜੀ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਅਕਬਰ ਨਾਲ ਬੜਾ ਮਹੱਤਵਪੂਰਨ ਬਿੰਦੂ ਹੈ। ਗੁਰੂ ਸਾਹਿਬ ਦੀ ਸਿਫਾਰਿਸ਼ 'ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ 1 ਸਾਲ ਦਾ ਭੂਮੀ ਕਰ ਮੁਆਫ ਕਰ ਦਿੱਤਾ, ਜਿਸ ਨਾਲ ਗੁਰੂ ਸਾਹਿਬ ਦੀ ਸੋਭਾ ਵਿੱਚ ਬੜਾ ਭਾਰੀ ਵਾਧਾ ਹੋਇਆ। ਗੁਰੂ ਰਾਮਦਾਸ ਜੀ ਦੇ ਕਹਿਣ 'ਤੇ ਅਕਬਰ ਨੇ 1 ਸਾਲ ਦਾ ਭੂਮੀ ਕਰ ਮੁਆਫ ਕਰ ਦਿੱਤਾ ਸੀ। ਅੱਗੇ ਜੀ ਗੁਰੂ ਰਾਮਦਾਸ ਜੀ ਨੇ ਜਿਹੜੇ ਸ਼ਬਦ ਨੇ ਉਹ ਕਿੰਨੇ ਸ਼ਬਦ ਰਚੇ? ਉਹਨਾਂ ਨੇ 679 ਸ਼ਬਦਾਂ ਦੀ ਰਚਨਾ ਕੀਤੀ। ਅੱਗੇ ਗੁਰੂ ਰਾਮਦਾਸ ਜੀ ਕਦੋਂ ਜੋਤੀ ਜੋਤ ਸਮਾਏ? 1581 ਦੇ ਵਿੱਚ ਉਹ ਜੋਤੀ ਜੋਤ ਸਮਾਏ। ਉਹਨਾਂ ਨੇ ਗੁਰਤਾ ਗੱਦੀ ਆਪਣੇ ਤੀਸਰੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਨਮ ਹੈ ਉਹ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ, ਧਿਆਨ ਦੇਣਾ ਜੀ, ਗੋਇੰਦਵਾਲ ਸਾਹਿਬ ਵਿਖੇ ਉਹਨਾਂ ਦਾ ਜਨਮ ਹੋਇਆ। ਚੌਥੇ ਗੁਰੂ ਰਾਮਦਾਸ ਜੀ ਦੇ ਘਰ ਵਿਖੇ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ। ਅੱਗੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਅਤੇ ਸੰਤਾਨ ਬਾਰੇ ਵੀ ਦੱਸੋ। ਗੁਰੂ ਅਰਜਨ ਦੇਵ ਜੀ ਦਾ ਵਿਆਹ ਫਿਲੌਰ ਤਹਿਸੀਲ ਦੇ ਮਿਉਂ ਨਾਮੀ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਫਿਲੌਰ ਤਹਿਸੀਲ ਦੇ ਮਿਉਂ ਜਿਹੜਾ ਨਾਮੀ ਪਿੰਡ ਹੈ ਉੱਥੋਂ ਦੇ ਨਿਵਾਸੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਇਹਨਾਂ ਦੇ ਸਪੁੱਤਰ ਸਨ ਜੀ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਰਾਮਦਾਸ ਜੀ ਦੇ ਕਿੰਨੇ ਸਪੁੱਤਰ ਨੇ ਜੀ? 3 ਸੀ, ਪ੍ਰਿਥੀ ਚੰਦ, ਮਹਾਦੇਵ ਤੇ ਅਰਜਨ ਦੇਵ ਜੀ। ਉਹਨਾਂ ਨੇ ਇਹਨਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਯੋਗ ਸਮਝਿਆ। ਅੱਗੇ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਉੱਤੇ ਬੈਠਣ ਉਪਰੰਤ ਉਹਨਾਂ ਦਾ ਸਭ ਤੋਂ ਪ੍ਰਬਲ ਵਿਰੋਧ ਕਿਸ ਨੇ ਕੀਤਾ ਸੀ? ਪ੍ਰਿਥੀ ਚੰਦ ਜਿਹੜਾ ਵੱਡਾ ਭਰਾ ਸੀ, ਪ੍ਰਿਥੀ ਚੰਦ ਉਸਨੇ ਕੀਤਾ ਸੀ। ਉਹ ਕਹਿੰਦਾ ਸੀ ਜਿਹੜਾ ਗੱਦੀ ਦਾ ਹੱਕ ਹੈ ਉਹ ਮੇਰਾ ਹੈ। ਪ੍ਰਿਥੀ ਚੰਦ ਨੇ ਕਿਹੜੀ ਸੰਪਰਦਾ ਜਿਹੜੀ ਸ਼ੁਰੂ ਕਰ ਦਿੱਤੀ ਸੀ? ਉਸਨੇ ਮੀਣੇ ਜਿਹੜਾ ਸੰਪਰਦਾ ਹੈ ਉਹ ਸ਼ੁਰੂ ਕਰ ਦਿੱਤੀ ਸੀ। ਅੱਗੇ ਗੁਰਗੱਦੀ ਉੱਤੇ ਬੈਠਣ ਉਪਰੰਤ ਗੁਰੂ ਅਰਜਨ ਦੇਵ ਜੀ ਨੂੰ ਕਿਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ? ਵੱਡੇ ਭਰਾ ਪ੍ਰਿਥੀ ਚੰਦ, ਕੱਟੜ ਮੁਸਲਮਾਨਾਂ ਅਤੇ ਚੰਦੂ ਸ਼ਾਹ ਜਿਹੜਾ ਕਿ ਲਾਹੌਰ ਦਾ ਦੀਵਾਨ ਸੀ ਉਹਦਾ ਸਾਹਮਣਾ ਕਰਨਾ ਪਿਆ। ਅੱਗੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਕਾਲ 1581 ਤੋਂ ਲੈ ਕੇ 1606 ਤੱਕ ਹੈ ਜੀ। ਅੱਗੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਿਸ ਗੁਰੂ ਸਾਹਿਬਾਨ ਨੇ ਕਰਵਾਈ? ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਜੀ। 4 ਦਰਵਾਜ਼ੇ ਰੱਖੇ ਗਏ, ਭਾਵ ਸੀ ਕਿ ਚਾਰੇ ਜਾਤਾਂ ਲਈ, ਚਾਰੇ ਦਿਸ਼ਾਵਾਂ ਲਈ ਜਿਹੜਾ ਵੀ ਕੋਈ ਵੀ ਧਰਮ ਦਾ ਇੱਥੇ ਕੋਈ ਇਨਸਾਨ ਆਉਂਦਾ ਉਹਨਾਂ ਲਈ ਇਹ ਖੁੱਲ੍ਹਾ ਹੈ। ਅੱਗੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ?
ਸੂਫੀ ਸੰਤ ਸਾਈਂ ਮੀਆਂ ਮੀਰ ਜੀ ਨੇ ਰੱਖਿਆ। 1588 ਜਾਂ 99 ਦੇ ਵਿੱਚ ਇਹ ਰੱਖਿਆ ਗਿਆ ਅਤੇ 1601 ਦੇ ਵਿੱਚ ਇਹ ਸੰਪੂਰਨ ਹੋਇਆ। ਇੱਥੇ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਜਿਹੜਾ ਪ੍ਰਮੁੱਖ ਗ੍ਰੰਥੀ ਭਾਵ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਹਰਿਮੰਦਰ ਸਾਹਿਬ ਦੇ ਨਿਰਮਾਣ ਦਾ ਮਹੱਤਵ ਕਿ ਇੱਕ ਬਹੁਤ ਵੱਡਾ ਤੀਰਥ ਸਥਾਨ ਸਿੱਖਾਂ ਨੂੰ ਪ੍ਰਾਪਤ ਹੋ ਗਿਆ, ਜਿੱਥੇ ਉਹ ਹਰ ਸਾਲ ਗੁਰੂ ਕੋਲ ਇਕੱਠੇ ਹੋਣ ਲੱਗੇ ਅਤੇ ਸਰੋਵਰ ਵਿੱਚ ਇਸ਼ਨਾਨ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਕਰਨ ਲੱਗੇ। ਇੱਥੇ ਜਿਹੜਾ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਸਪਸ਼ਟ ਹੋਣ ਲੱਗ ਪਿਆ ਸੀ। ਅੱਗੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਮੁਕਾਬਲੇ ਵਿੱਚ ਪ੍ਰਿਥਵੀ ਨੇ ਕਿਸ ਸਥਾਨ 'ਤੇ ਮੰਦਰ ਦੀ ਉਸਾਰੀ ਕੀਤੀ? ਹਰਿਮੰਦਰ ਸਾਹਿਬ ਦੇ ਮੁਕਾਬਲੇ ਪ੍ਰਿਥਵੀ ਨੇ ਅੰਮ੍ਰਿਤਸਰ ਸਾਹਿਬ ਤੋਂ 20-21 ਕਿਲੋਮੀਟਰ ਦੂਰ ਹੌਰ ਜਿਹੜਾ ਨਾਮੀ ਸਥਾਨ ਹੈ, ਹੌਰ ਨਾਮੀ ਪਿੰਡ ਦੇ ਵਿੱਚ ਸਰੋਵਰ 'ਤੇ ਮੰਦਰ ਦੀ ਉਸਾਰੀ ਕਰਵਾਈ। ਅੱਗੇ ਗੁਰੂ ਅਰਜਨ ਦੇਵ ਜੀ ਨੇ ਕਿਹੜੇ 3 ਨਵੇਂ ਨਗਰਾਂ ਦੀ ਨੀਂਹ ਰੱਖੀ? ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ। ਹੱਦ ਤੱਕ ਪਹਿਲਾ ਅੱਖਰ ਹੈ ਜੀ ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ। ਤਰਨਤਾਰਨ ਜਿਹੜਾ ਸ਼ਹਿਰ ਹੈ ਇਹ ਕਿਸ ਨੇ ਅਤੇ ਕਦੋਂ ਵਸਾਇਆ? 1590 'ਚ। 1590 'ਚ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਵਸਾਇਆ। ਤਰਨਤਾਰਨ ਸਰੋਵਰ ਦਾ ਨਿਰਮਾਣ ਕਿਸ ਨੇ ਕਦੋਂ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ 1590 ਦੇ ਵਿੱਚ ਕਰਵਾਇਆ। ਤਰਨਤਾਰਨ ਤੋਂ 3 ਕਿਲੋਮੀਟਰ ਦੂਰ ਦੁੱਖ ਨਿਵਾਰਨ ਸਰੋਵਰ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥਵੀ ਨੇ ਕਰਵਾਈ ਸੀ। ਤਰਨਤਾਰਨ ਸਰੋਵਰ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ 1590 ਈਸਵੀ ਵਿੱਚ ਕਰਵਾਇਆ। ਤਰਨਤਾਰਨ ਤੋਂ 3 ਕਿਲੋਮੀਟਰ ਦੂਰ ਦੁੱਖ ਨਿਵਾਰਨ ਸਰੋਵਰ, ਕਿਹੜਾ ਜੀ? ਦੁੱਖ ਨਿਵਾਰਨ ਸਰੋਵਰ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥਵੀ ਨੇ ਕਰਵਾਈ। ਕੋੜੀਆਂ ਵਾਲੀ ਆਸ਼ਰਮ ਕਿਸ ਗੁਰੂ ਸਾਹਿਬਾਨ ਨੇ ਅਤੇ ਕਿੱਥੇ ਖੋਲ੍ਹਿਆ? ਤਰਨਤਾਰਨ ਵਿਖੇ ਗੁਰੂ ਅਰਜਨ ਦੇਵ ਜੀ ਨੇ ਖੋਲ੍ਹਿਆ। ਸਤਲੁਜ ਅਤੇ ਬਿਆਸ ਦੇ ਵਿਚਾਲੇ ਕਰਤਾਰਪੁਰ ਨਗਰ ਦੀ ਨੀਂਹ ਕਦੋਂ ਅਤੇ ਕਿਸ ਨੇ ਰੱਖੀ? ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ 1593 ਈਸਵੀ ਵਿੱਚ ਰੱਖੀ। ਉੱਥੇ ਖੁਦਵਾਏ ਗਏ ਸਰੋਵਰ ਦਾ ਨਾਮ ਸੀ ਗੰਗਾਸਰ। ਠੀਕ ਹੈ ਜੀ। ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਾਲੇ ਕਰਤਾਰਪੁਰ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ 1593 ਈਸਵੀ ਵਿੱਚ ਰੱਖੀ। ਉੱਥੇ ਇੱਕ ਸਰੋਵਰ ਵੀ ਖੁਦਵਾਇਆ, ਉਸ ਦਾ ਨਾਮ ਸੀ ਗੰਗਾਸਰ। ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦੀ ਉਸਾਰੀ ਕਿੱਥੇ ਕਰਵਾਈ? ਉਹਨਾਂ ਨੇ ਡੱਬੀ ਬਾਜ਼ਾਰ ਲਾਹੌਰ ਵਿੱਚ, ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ ਲਾਹੌਰ ਵਿੱਚ ਬਾਉਲੀ ਦੀ ਉਸਾਰੀ ਕਰਵਾਈ। ਮੁਗਲ ਸਮਰਾਟ ਸ਼ਾਹਜਹਾਨ ਨੇ ਇਸ ਬਾਉਲੀ ਨੂੰ ਮਿੱਟੀ ਨਾਲ ਭਰਵਾ ਦਿੱਤਾ ਸੀ। ਸ਼ਾਹਜਹਾਨ ਨੇ ਇਸ ਬਾਉਲੀ ਨੂੰ ਮਿੱਟੀ ਨਾਲ ਭਰਵਾ ਦਿੱਤਾ ਸੀ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾ ਪੁਨਰ ਨਿਰਮਾਣ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ ਲਾਹੌਰ ਵਿੱਚ ਜਿਹੜੀ ਬਾਉਲੀ ਹੈ ਉਸ ਵਾਰੀ ਇਹਦੀ ਕਰਵਾਈ ਸੀ। ਸ਼ਾਹਜਹਾਨ ਨੇ ਇਸ ਨੂੰ ਮਿੱਟੀ ਨਾਲ ਭਰਵਾ ਦਿੱਤਾ ਸੀ ਅਤੇ ਬਾਅਦ ਰਣਜੀਤ ਸਿੰਘ ਨੇ ਇਸ ਦਾ ਜਿਹੜਾ ਪੁਨਰ ਨਿਰਮਾਣ ਹੈ ਉਹ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।